ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਹਵਾ ਸਾਡੀ ਗੁਰੂ ਆ, ਪਾਣੀ ਸਾਡਾ ਪਿਤਾ ਵਾ ਤੇ ਧਰਤੀ ਸਾਡੀ ਮਾਤਾ ਵਾ। ਤੇ ਅੱਜ ਬੜੀ ਦੁਖਦਾਈ ਗੱਲ ਆ ਕਿ ਅੱਜ ਜਿੱਥੇ ਸਾਡਾ ਪਾਣੀ ਤੇ ਹਵਾ ਦੂਸ਼ਿਤ ਹੁੰਦੇ ਜਾ ਰਹੇ ਆ, ਉੱਥੇ ਅਸੀਂ ਧਰਤੀ ਮਾਂ ਨੂੰ ਵੀ ਤਰ੍ਹਾਂ ਤਰ੍ਹਾਂ ਦੀਆਂ ਖਾਦਾਂ, ਦਵਾਈਆਂ ਤੇ ਇੱਥੋਂ ਤੱਕ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਅਸੀਂ ਇਸ ਕੁਦਰਤ ਨੂੰ ਦੇ ਜਿਹੜੇ ਸਾਡੇ ਸੋਮੇ ਨੇ ਉਹਨਾਂ ਨੂੰ ਬਰਬਾਦ ਕਰ ਰਹੇ ਹਾਂ। ਤੇ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਉਲਟ ਜਾ ਕੇ ਅਸੀਂ ਇੱਕ ਵੱਖਰੀ ਮਿਸਾਲ ਪੇਸ਼ ਕਰ ਰਹੇ ਹਾਂ। ਪਰ ਕੁਝ ਕਿਸਾਨ ਸਾਡੇ ਦਰਮਿਆਨ ਅਜਿਹੇ ਵੀ ਨੇ ਜਿਹੜੇ ਗੁਰਬਾਣੀ ਦੇ ਅਨੁਸਾਰ ਚੱਲਦੇ ਹੋਏ ਇਹਨਾਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਏ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਵਰਤੋਂ ਕਰਕੇ ਆਪਣੀ ਆਉਣ ਵਾਲੀ ਫਸਲ ਵਾਸਤੇ ਵੀ ਜਿੱਥੇ ਵਧੀਆ ਜਿਹੜਾ ਉਹ ਕੰਮ ਕਰ ਰਹੇ ਨੇ, ਉੱਥੇ ਗੁਰਬਾਣੀ ਦੇ ਅਨੁਸਾਰ ਇਹਨਾਂ ਸਾਡੇ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਵਿੱਚ ਵੀ ਸਹਾਇਤਾ ਪਾ ਰਹੇ ਨੇ, ਆਪਣਾ ਯੋਗਦਾਨ ਪਾ ਰਹੇ ਨੇ। ਇਸੇ ਹੀ ਤਰ੍ਹਾਂ ਮੈਂ ਦੱਸ ਦਿਆਂ ਕਿ ਸਾਡੀਆਂ ਸਰਕਾਰਾਂ ਵੱਲੋਂ ਵੀ ਕਿਸਾਨਾਂ ਨੂੰ ਸਮੇਂ-ਸਮੇਂ ਦੇ ਉੱਤੇ ਇਹ ਹਦਾਇਤਾਂ ਕੀਤੀਆਂ ਜਾਂਦੀਆਂ, ਸੈਮੀਨਾਰ ਲਾ ਕੇ, ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਜਾਗਰੂਕ ਕੀਤਾ ਜਾਂਦਾ ਵਾ ਕਿ ਉਹ ਫਸਲਾਂ ਦੀ ਰਹਿੰਦ ਖੂੰਹਦ ਨੂੰ, ਖਾਸ ਕਰਕੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਨਾ ਸਾੜਨ, ਤਾਂ ਕਿ ਇਹਦੇ ਨਾਲ ਜਿੱਥੇ ਵਾਤਾਵਰਨ ਗੰਧਲਾ ਹੁੰਦਾ ਵਾ ਉੱਥੇ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਆ ਅਤੇ ਆਉਣ ਵਾਲੀ ਫਸਲ ਵਾਸਤੇ ਵੀ ਬਹੁਤ ਹੀ ਨੁਕਸਾਨਦਾਇਕ ਇਹ ਜਿਹੜੀ ਆ ਵਿਧੀ ਇਹ ਸਾਬਤ ਹੁੰਦੀ ਆ। ਪਰ ਇਹਨਾਂ ਸਾਰਿਆਂ ਦੇ ਉਲਟ ਸਾਡੇ ਇੱਥੇ ਨਜ਼ਦੀਕੀ ਪਿੰਡ ਮਸਾਣੀਆਂ ਦੇ ਕਿਸਾਨ ਮਨਜੀਤ ਸਿੰਘ ਨਾਗਰਾ, ਉਹਨਾਂ ਨੇ ਇੱਕ ਪਿਛਲੇ ਕੁਝ ਸਾਲਾਂ ਤੋਂ ਧਰਤੀ ਦੇ ਵਿੱਚ ਬਿਨਾਂ ਅੱਗ ਲਾਇਆਂ, ਬਿਨਾਂ ਪਰਾਲੀ ਸਾੜਿਆਂ ਕਣਕ ਦੀ ਬਿਜਾਈ ਕਰਦੇ ਨੇ। ਔਰ ਉਹਨਾਂ ਦੀ ਇਹ ਜਿਹੜੀ ਗੱਲ ਆ ਇਹ ਬਹੁਤ ਸਾਰੇ ਕਿਸਾਨਾਂ ਦੇ ਕੋਲ ਵੀ ਪਹੁੰਚੀ ਆ। ਕਈ ਕਿਸਾਨ ਇਹਨਾਂ ਤੋਂ ਪ੍ਰਭਾਵਿਤ ਵੀ ਹੋਏ ਨੇ। ਕਈ ਕਿਸਾਨ ਅਜਿਹੇ ਨੇ ਕਿ ਉਹ ਕਹਿ ਦਿੰਦੇ ਕਿ ਨਹੀਂ, ਇਹਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ 'ਤੇ ਕੋਈ ਫਰਕ ਨਹੀਂ ਪੈਂਦਾ, ਸਾਡੀ ਫਸਲ ਦੇ ਝਾੜ ਵਿੱਚ ਕੋਈ ਫਰਕ ਨਹੀਂ ਪੈਂਦਾ। ਅਸੀਂ ਅੱਜ ਕਿਸਾਨ ਮਨਜੀਤ ਸਿੰਘ ਨਾਗਰਾ ਕੋਲੋਂ ਹੀ ਪੁੱਛਦੇ ਹਾਂ ਕਿ ਉਹਨਾਂ ਨੂੰ ਇਸ ਵਿਧੀ ਨਾਲ ਕੀ ਲਾਭ ਹੋਏ ਨੇ ਅਤੇ ਕੀ ਪਰੇਸ਼ਾਨੀਆਂ ਆਈਆਂ। ਸਭ ਤੋਂ ਪਹਿਲਾਂ ਤਾਂ ਨਾਗਰਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਆਇਆਂ ਨੂੰ ਆਪ ਜੀ ਦਾ ਅਜੀਤ ਵੈਬ ਟੀਵੀ ਦਾ ਧੰਨਵਾਦ ਜੀ। ਤੁਸੀਂ ਸਾਡੇ ਪਿੰਡ ਆਏ ਹੋ ਅਤੇ ਬਹੁਤ ਚੰਗਾ ਲੱਗਾ ਜੀ। ਨਾਗਰਾ ਸਾਹਿਬ ਦੱਸੋ ਕਿ ਇਹ ਜਿਹੜੀ ਤੁਸੀਂ ਇਹ ਕੰਮ ਸ਼ੁਰੂ ਕੀਤਾ ਅਤੇ ਕਣਕ ਨੂੰ ਬਿਜਾਈ ਕਰਨੀ ਆ, ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਗੈਰ ਹੀ ਉਹਨੂੰ ਵਿੱਚੇ ਹੀ ਰਲਾ ਲੈਣਾ ਖੇਤ ਦੇ ਵਿੱਚ, ਅਤੇ ਇਹ ਵਿਧੀ ਜਿਹੜੀ ਆ ਇਹ ਤੁਸੀਂ ਸ਼ੁਰੂ ਕੀਤੀ ਆ, ਇਹ ਕਿੰਨੇ ਚਿਰ ਤੋਂ ਤੁਸੀਂ ਕਰ ਰਹੇ ਜੇ ਅਤੇ ਇਹਦੀ ਸ਼ੁਰੂਆਤ ਆ ਕਿਉਂ ਕੀਤੀ? ਸਭ ਤੋਂ ਪਹਿਲਾਂ ਤਾਂ ਅਸੀਂ 4 ਸਾਲ ਪਹਿਲਾਂ ਹੈਪੀ ਸੀਡਰ ਦੇ ਨਾਲ ਇਹ ਬਿਜਾਈ ਕਰਨੀ ਚਾਲੂ ਕੀਤੀ ਸੀਗੀ। ਪਹਿਲਾਂ ਅਸੀਂ ਤਕਰੀਬਨ 5 ਏਕੜ ਪਹਿਲੇ ਸਾਲ ਜਿਹੜੀ ਆ ਉਹ ਹੈਪੀ ਸੀਡਰ ਨਾਲ ਬਿਜਾਈ ਕਰਕੇ ਇਸ ਨੂੰ ਚੈੱਕ ਕੀਤਾ ਵੀ ਕੀ ਝਾੜ 'ਤੇ ਕੋਈ ਫਰਕ ਪੈਂਦਾ ਆ ਜਾਂ ਕੋਈ ਹੋਰ ਕਿਸੇ ਕਿਸਮ ਦੀ ਕੋਈ ਬਿਮਾਰੀ ਤਾਂ ਨਹੀਂ ਇਹਨੂੰ ਲੱਗਦੀ। ਫਿਰ ਜਦੋਂ ਸਫਲ ਰਹੇ ਅਸੀਂ ਉਸ ਗੱਲ ਦੇ ਵਿੱਚ, ਝਾੜ ਦੀ ਪੱਖੋਂ ਵੀ ਤਕਰੀਬਨ 22-23 ਕੁਇੰਟਲ ਝਾੜ ਫਸਲ ਨੇ ਦਿੱਤਾ। ਫਿਰ ਅਸੀਂ ਇਸ ਨੂੰ ਕੰਟੀਨਿਊ ਕੀਤਾ। ਪਿਛਲੇ 4 ਸਾਲ ਤੋਂ ਅਸੀਂ 25 ਏਕੜ ਦੀ ਜਿਹੜੀ ਬਿਜਾਈ ਆ ਕਣਕ ਦੀ ਉਹ ਹੈਪੀ ਸੀਡਰ ਨਾਲ ਪਿਛਲੇ ਦਿਨਾਂ ਦੇ ਵਿੱਚ ਕਰਦੇ ਰਹੇ ਹਾਂ। ਹੁਣ ਅਸੀਂ ਸੁਪਰ ਸੀਡਰ ਦੇ ਨਾਲ, ਅਤੇ ਆਪਣੇ ਪਰਿਵਾਰ ਦੇ ਵਿੱਚ ਸਾਡਾ ਕਾਫੀ ਵੱਡਾ ਪਰਿਵਾਰ ਆ, ਅਤੇ ਸਾਰੇ ਪਰਿਵਾਰ ਮੈਂਬਰਾਂ ਨੂੰ, ਚਾਚਾ ਜੀ ਹੁਣਾਂ ਨੂੰ, ਤਾਇਆ ਜੀ ਹੁਣਾਂ ਨੂੰ ਕਹਿ ਕੇ ਅਤੇ ਤਕਰੀਬਨ ਸਾਰਿਆਂ ਨੂੰ ਅਸੀਂ ਇਸ ਗੱਲ ਵੱਲ ਪ੍ਰੇਰਿਤ ਕੀਤਾ। ਹੁਣ ਅਸੀਂ ਤਕਰੀਬਨ 150 ਏਕੜ ਇਸ ਸਾਲ ਜਿਹੜਾ ਆ ਸਾਰਾ ਪਰਿਵਾਰ ਜਿਹੜਾ ਆ ਉਹ ਸੁਪਰ ਸੀਡਰ ਦੇ ਨਾਲ ਇਸ ਦੀ ਬਿਜਾਈ ਕਰਾਂਗੇ। ਅਤੇ ਕੁਝ ਅਸੀਂ 7-8 ਏਕੜ ਬਿਜਾਈ ਜਿਹੜੀ ਆ ਉਹ ਕੱਲ੍ਹ ਅਸੀਂ ਕਰ ਦਿੱਤੀ ਆ। ਕੋਈ 5-7 ਏਕੜ ਅੱਜ ਬਿਜਾਈ ਅਸੀਂ ਜਿਹੜੀ ਉਹ ਕਰ ਰਹੇ ਹਾਂ। ਅਤੇ ਇਸ ਗੱਲ ਵੱਲ ਸਾਨੂੰ ਪ੍ਰੇਰਿਤ ਜਿਹੜਾ ਆ ਸਾਡੇ ਭਾਜੀ ਹਰਵਿੰਦਰ ਸਿੰਘ ਵਰਿਆ ਸਾਹਿਬ ਨੇ ਮੈਨੂੰ ਪ੍ਰੇਰਿਤ ਕੀਤਾ। ਉਹ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਨਾਲ, ਕੰਬਾਈਨ ਯੂਨੀਅਨ ਦੇ ਨਾਲ ਚੱਲਦੇ ਰਹੇ ਲਗਾਤਾਰ, ਅਤੇ ਉਹਨਾਂ ਨੇ ਪ੍ਰੇਰਿਤ ਕਰਕੇ ਸਾਨੂੰ ਇਸ ਪਾਸੇ ਵੱਲ ਜਿਹੜਾ ਆ ਉਹ ਲਿਆਂਦਾ ਆ। ਤਾਂ ਕਿਸਾਨ ਮਨਜੀਤ ਸਿੰਘ ਨਾਗਰਾ ਹੁਣਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਕਾਰਜ ਵਾਸਤੇ ਪ੍ਰੇਰਿਤ ਕਰਨ ਵਿੱਚ ਵੱਡਾ ਯੋਗਦਾਨ ਜਿਹੜਾ ਵਾ ਇਸੇ ਪਿੰਡ ਦੇ ਕਿਸਾਨ
ਹਰਵਿੰਦਰ ਸਿੰਘ ਜੋ ਕਾਫੀ ਤਜਰਬੇਕਾਰ ਨੇ, ਪੜ੍ਹੇ ਲਿਖੇ ਨੇ ਔਰ ਅਗਾਂਹ ਵਧੂ ਹੋਣ ਦੇ ਨਾਲ ਨਾਲ ਉਹ ਕਾਫੀ ਜਥੇਬੰਦੀਆਂ ਦੇ ਨਾਲ ਸਮਾਜ ਸੇਵੀ ਕਾਰਜਾਂ ਨੂੰ ਪ੍ਰੇਰਿਤ ਕਿਸਾਨ ਜੇ ਭਲਾਈ ਵਾਸਤੇ ਜੋ ਕਾਰਜ ਕੀਤੇ ਜਾ ਰਹੇ ਉਹਨਾਂ ਵਾਸਤੇ ਵੀ ਉਹ ਕਿਸਾਨਾਂ ਨੂੰ ਜਾ ਕੇ ਹਮੇਸ਼ਾ ਸਮੇਂ-ਸਮੇਂ ਦੇ ਨਾਲ ਜਾ ਕੇ ਜਾਗਰੂਕ ਕਰਦੇ ਨੇ। ਸਰਕਾਰਾਂ ਦੀ ਗੱਲ ਜਿਹੜੀ ਆ ਕਿਸਾਨਾਂ ਤੱਕ ਪਹੁੰਚਾਉਣ ਅਤੇ ਕਿਸਾਨਾਂ ਦੀ ਗੱਲ ਜਿਹੜੀ ਆ ਸਰਕਾਰ ਤੱਕ ਪਹੁੰਚਾਉਣ ਵਿੱਚ ਵੀ ਉਹ ਹਮੇਸ਼ਾ ਹੀ ਕਾਰਜਸ਼ੀਲ ਰਹਿੰਦੇ ਨੇ। ਅਤੇ ਉਹਨਾਂ ਨੂੰ ਮੈਂ ਪੁੱਛਣਾ ਚਾਹਾਂਗਾ ਕਿ ਸਰਦਾਰ ਹਰਵਿੰਦਰ ਸਿੰਘ ਜੀ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਜਿਹੜਾ ਉਪਰਾਲਾ ਕੀਤਾ ਵਾ, ਇਹ ਦੱਸੋ ਕਿ ਇਹਦਾ ਤੁਹਾਡਾ ਜਿਹੜਾ ਮਨੋਰਥ ਉਹ ਕੀ ਸੀ? ਸਭ ਤੋਂ ਪਹਿਲਾਂ ਪੰਜਾਬ ਤੇ ਪੰਜਾਬੀਅਤ, ਕਿਸਾਨ ਤੇ ਕਿਰਸਾਨੀ ਦੀ ਗੱਲ ਕਰਨ ਵਾਲਾ ਅਜੀਤ ਅਦਾਰਾ, ਉਹਦੇ ਤੋਂ ਆਏ ਹੋਏ ਪੱਤਰਕਾਰ ਵੀਰ ਕਾਲੋਂ ਸਾਹਿਬ ਅਤੇ ਵੇਖ ਰਹੇ ਸਾਰੇ ਹੀ ਸਰੋਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਾਲੋਂ ਸਾਹਿਬ ਨੇ ਪਹਿਲਾਂ ਗੁਰਬਾਣੀ ਦਾ ਆਧਾਰ ਦੱਸਿਆ ਹੈ, ਸਭ ਤੋਂ ਪਹਿਲਾ ਮਨੋਰਥ ਗੁਰੂ ਨਾਨਕ ਸਾਹਿਬ ਦੇ ਦਿੱਤੇ ਗਏ ਸਿਧਾਂਤ ਤੋਂ ਹੀ ਸ਼ੁਰੂ ਹੋਇਆ ਕਿ ਗੁਰੂ ਸਾਹਿਬ ਨੇ ਇਸ ਗੱਲ ਦੀ ਤਾਕੀਦ ਕੀਤੀ ਸੀ ਕਿ ਇਹ ਵਾਤਾਵਰਣ ਜਿਹੜਾ ਹੈ ਇਹਨੂੰ ਸੰਭਾਲਣਾ, ਇਹਨੂੰ ਸੰਭਾਲ ਕੇ ਹੀ ਅਸੀਂ ਚੰਗੀ ਜ਼ਿੰਦਗੀ ਜੀ ਸਕਦੇ ਹਾਂ। ਉਸ ਮਨੋਰਥ ਨੂੰ ਗੁਰੂ ਸਾਹਿਬ ਦੇ ਉਦਮ ਸਦਕਾ ਅੱਗੇ ਲੈ ਕੇ ਚੱਲੇ ਹਾਂ ਔਰ ਇੱਕ ਪ੍ਰਣ ਕੀਤਾ ਜਿਹੜਾ 5 ਏਕੜ ਤੋਂ ਹੀ ਸ਼ੁਰੂ ਹੋਇਆ ਸੀਗਾ, ਛੋਟੇ ਜਿਹੇ ਰਕਬੇ ਤੋਂ। ਅੱਜ ਲਗਭਗ ਪਿੰਡ ਦਾ ਕਾਫੀ ਏਰੀਆ ਜਿਹੜਾ ਇਹਦੇ ਅੰਡਰ ਆ ਗਿਆ ਆ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਈ ਹੈਗੀ। ਪਿੰਡ ਦੇ ਵਿੱਚ ਬੜੇ ਉਦਮੀ ਕਿਸਾਨ ਮੇਰੇ ਪਿੱਛੇ ਜੋ ਵੀ ਟਰੈਕਟਰ 'ਤੇ ਵੀ ਨੇ ਜਿਹੜੇ ਇਹ ਕੰਮ ਕਰ ਰਹੇ ਨੇ, ਉਹਨਾਂ ਨੇ ਵੱਡਾ ਹੰਭਲਾ ਮਾਰ ਕੇ ਅਸੀਂ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਕੀਤਾ ਔਰ 4 ਸਾਲ ਤੋਂ ਖੇਤੀ ਕੀਤੀ ਔਰ ਉੱਤਮ ਖੇਤੀ ਕੀਤੀ ਹੈ। ਕੁਛ ਕਿਸਾਨ ਭਰਾ ਇਹ ਗੱਲ ਕਹਿ ਦਿੰਦੇ ਨੇ ਕਿ ਇਹਦੇ ਝਾੜ 'ਚ ਕੋਈ ਫਰਕ ਪੈਂਦਾ, ਕਣਕ ਪੀਲੀ ਪੈਂਦੀ ਆ। ਉਹ ਸਾਡੀਆਂ ਆਪਣੀਆਂ ਕੁਛ ਤਕਨੀਕੀ ਸਾਡੀਆਂ ਗਲਤੀਆਂ ਹੋ ਜਾਂਦੀਆਂ। ਪਾਣੀ ਦਾ ਲੈਵਲ ਜਿਹੜਾ ਉੱਚਾ ਨੀਵਾਂ ਹੋ ਜਾਣਾ, ਜ਼ਿਆਦਾ ਦੇਰ ਤੱਕ ਕਣਕ ਦੇ ਖੇਤ ਦੇ ਵਿੱਚ ਪਾਣੀ ਦਾ ਰਹਿਣਾ ਜਾਂ ਖੇਤ ਉੱਚਾ ਨੀਵਾਂ ਹੋਣਾ, ਉਹਦੇ ਕਰਕੇ ਕਣਕ ਦੀ ਕੋਈ ਪ੍ਰੋਬਲਮ ਆਉਂਦੀ ਆ। ਇੱਦਾਂ ਦੀ ਕੋਈ ਪ੍ਰੋਬਲਮ ਜਿਹੜੀ ਆ ਉਹ ਇਹਨਾਂ ਮਸ਼ੀਨਾਂ ਦੇ ਨਾਲ ਨਹੀਂ ਹੁੰਦੀ। ਸਾਡਾ ਵੱਡਾ ਮਨੋਰਥ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗਾ ਵਾਤਾਵਰਨ ਦੇ ਕੇ ਜਾਣ ਦਾ ਸੀ ਕਿ ਸਾਡੇ ਤੋਂ ਜਾਣ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੇ ਉਹ ਇੱਕ ਚੰਗੀ ਆਬੋ ਹਵਾ ਦੇ ਵਿੱਚ ਰਹਿੰਦੀ ਜ਼ਿੰਦਗੀ ਬਤੀਤ ਕਰ ਸਕਣ, ਚੰਗਾ ਸਮਾਜ ਸਿਰਜੀਏ ਜੀ। ਇਸ ਕਰਕੇ ਅਸੀਂ ਹੁਣ ਆਪਣੇ ਪਿੰਡ ਦੇ ਵਿੱਚ ਲਗਭਗ ਸਾਡੇ ਕੋਲ 5 ਹੈਪੀ ਸੁਪਰ ਸੀਡਰ ਨੇ, ਕੋਈ 3 ਹੈਪੀ ਸੀਡਰ ਸੀਗੇ ਪਹਿਲਾਂ। ਉਹ ਸੁਪਰ ਸੀਡਰ ਦੇ ਨਾਲ ਜਿਹੜੇ ਕਿਸਾਨ ਨੇ ਉਹ ਖੇਤੀ ਜਿਹੜੀ ਹੈ ਲਗਾਤਾਰ ਕਰਦੇ ਪਏ ਨੇ। ਜਿਵੇਂ ਵੀਰ ਜੀ ਨੇ ਪਹਿਲਾਂ ਦੱਸਿਆ ਕਿ ਅਸੀਂ 10 ਤੋਂ 12 ਏਕੜ ਜਿਹੜੀ ਹੈ ਉਹ ਕਣਕ ਬੀਜ ਦਿੱਤੀ ਹੈ, 6-7 ਏਕੜ ਅਸੀਂ ਅੱਜ ਬੀਜਾਂਗੇ। ਉਹਦਾ ਲਾਈਵ ਟਰਾਇਲ ਜਿਹੜਾ ਹੈ ਉਹਦੇ ਚੱਲਣ ਦਾ ਤੁਹਾਡੇ ਬਿਲਕੁਲ ਸਾਹਮਣੇ ਆ ਕਿ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਪ੍ਰੋਬਲਮ ਨਹੀਂ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸ ਦੇਵਾਂ ਕਿ ਕਿਸਾਨ ਖਰਚੇ ਤੋਂ ਬਚ ਜਾਂਦਾ। ਇਹਦੇ ਵਿੱਚ ਸਿਰਫ ਤੁਹਾਨੂੰ ਐਕਸਟਰਾ 200-300 ਰੁਪਇਆ ਕੰਬਾਈਨ ਦੀ ਹਾਰਵੈਸਟਿੰਗ ਦਾ ਦੇਣਾ ਪੈਂਦਾ, SMS ਵਾਲੀ ਦਾ, ਔਰ ਜਾਂ ਇਹਦਾ ਜਿਹੜਾ ਸੁਪਰ ਸੀਡਰ ਦਾ ਤੁਹਾਨੂੰ ਪੇ ਕਰਨਾ ਪੈਂਦਾ ਆ। ਜੇਕਰ ਤੁਸੀਂ ਇੱਕ ਨਾਰਮਲ ਕਿਸਾਨ ਜਿਹੜਾ ਆ ਉਹ ਪਰਾਲੀ ਨੂੰ ਅੱਗ ਵੀ ਲਾ ਲੈਂਦਾ ਅਤੇ ਉਸ ਤੋਂ ਬਾਅਦ ਜਦੋਂ ਉਹਨੂੰ ਕਲਟੀਵੇਟ ਕਰਦਾ, ਵਾਹੁੰਦਾ, ਅਤੇ ਉਹ ਮੈਂ ਇੱਕ ਫਿਗਰ ਦੇ ਨਾਲ ਖਰਚਾ ਕੱਢ ਕੇ ਵੇਖਿਆ ਕਿ ਉਹ 7,7500 ਰੁਪਇਆ ਬਣਦਾ, ਜਿਹੜਾ ਕਿ ਇੱਕ ਵੱਡਾ ਖਰਚਾ ਹੈ। ਇੱਕ ਮਾਰਜਨਲ ਕਿਸਾਨ ਜਿਹੜਾ ਆ ਉਹਦੇ ਵਾਸਤੇ ਇੱਕ ਬੜੀ ਵੱਡੀ ਰਕਮ ਆ। ਉਹਦੇ ਲਈ ਇਹ ਸਭ ਤੋਂ ਸਾਰਥਕ ਸਿੱਧ ਹੋ ਸਕਦਾ ਹੈ ਕਿਉਂਕਿ ਇਹਦਾ ਖਰਚਾ ਬਹੁਤ ਘੱਟ ਆ। 7,7500 ਔਰ 3,000 ਦੇ ਵਿੱਚ ਲਗਭਗ 5,000 ਰੁਪਏ ਦਾ ਹੀ ਫਰਕ ਆਉਂਦਾ ਪਿਆ, 4,500 ਰੁਪਏ ਦਾ। ਸੋ ਇਹ ਸਾਡਾ ਵੱਡਾ ਮਨੋਰਥ ਆਪਣੀ ਕਿਸਾਨੀ ਨੂੰ ਸਹੀ ਰਸਤੇ 'ਤੇ ਲਿਆ ਕੇ ਬਚਾਉਣ ਦਾ। ਸਰਦਾਰ ਸਾਹਿਬ, ਕਈ ਕਿਸਾਨ ਕਹਿ ਦਿੰਦੇ ਆ ਕਿ ਜਿਹੜੇ ਇਸ ਤਰ੍ਹਾਂ ਦੀ ਬਿਜਾਈ ਕਰਦੇ ਨੇ ਕਿਸਾਨ, ਉਹਨਾਂ ਦਾ ਝਾੜ ਜਿਹੜਾ ਵਾ ਦੂਜੀ ਝਾੜ ਨਾਲੋਂ ਬਹੁਤ ਜ਼ਿਆਦਾ ਘੱਟ ਨਿਕਲਦਾ ਵਾ। ਇੱਦਾਂ ਦਾ ਬਿਲਕੁਲ ਕੁਝ ਨਹੀਂ ਹੈਗਾ ਜੀ। ਅਸੀਂ ਇਸ ਚੀਜ਼ ਨੂੰ ਪ੍ਰੈਕਟੀਕਲੀ ਕਰਦੇ ਪਏ ਹਾਂ। ਅਸੀਂ ਇਹ ਕਿਸੇ ਯੂਨੀਵਰਸਿਟੀ ਜਾਂ ਅਸੀਂ ਕਿਸੇ ਦੀ ਉਦਾਹਰਨ ਫੜ ਕੇ ਨਹੀਂ ਦਿੰਦੇ। ਅਸੀਂ ਲਗਭਗ 4 ਸਾਲ ਤੋਂ ਲਗਾਤਾਰ ਇਸ ਪ੍ਰੋਸੈਸ ਦੇ ਵਿੱਚ ਹਾਂ। ਇਸੇ ਵਿਧੀ ਰਾਹੀਂ ਕਣਕ ਬੀਜੀ ਜਾ ਰਹੀ ਹੈ। ਸੁਪਰ ਸੀਡਰ ਸਿਰਫ ਇਸ ਸੀਜ਼ਨ ਦੇ ਵਿੱਚ ਹੀ ਆਇਆ। ਉਸ ਤੋਂ ਪਹਿਲਾਂ ਅਸੀਂ ਖੜੇ ਮੁੱਢਾਂ ਦੇ ਵਿੱਚ ਹੈਪੀ ਸੀਡਰ ਨਾਲ ਵੀ ਘੇਰਿਆ, ਲੇਕਿਨ ਅਸੀਂ ਕਣਕ ਦਾ ਝਾੜ ਜਿਹੜਾ 22-23 ਕੁਇੰਟਲ ਜਿਹੜਾ ਹੈ ਉਹ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪ੍ਰਾਪਤ ਕੀਤਾ। ਉਹਦਾ ਖਰਚਾ ਵੀ ਵਧਿਆ ਹੋਏਗਾ ਅੱਗੇ ਨਾ? ਉਹਦੇ ਵਿੱਚ ਖਰਚਾ ਕੋਈ ਜ਼ਿਆਦਾ ਐਕਸਟਰਾ ਨਹੀਂ ਵਧਿਆ ਜੀ ਹੈਗਾ। ਇਹਦੇ ਵਿੱਚ ਸਗੋਂ ਸਾਨੂੰ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਘਟ ਗਈਆਂ ਨੇ। ਇੱਕ ਤਾਂ ਸਾਡੀ ਜਿਹੜੀ ਖਾਦ ਆ ਉਹਦੀ ਡੋਜ਼ ਜਿਹੜੀ ਹੈ ਪਹਿਲਾਂ ਨਾਲੋਂ 25 ਕਿਲੋ ਪ੍ਰਤੀ ਏਕੜ ਘਟਾਤੀ ਅਸੀਂ। ਦੂਸਰਾ ਜਿਹੜਾ ਅਸੀਂ ਪਹਿਲਾਂ ਸਪਰੇਅ ਕਰਦੇ ਸੀਗੇ ਕਿ 1.5 ਕਿੱਲੇ ਦੀ ਦਵਾਈ ਜਿਹੜੀ ਸੀ ਸਾਨੂੰ 1 ਕਿੱਲੇ ਦੇ ਵਿੱਚੋਂ ਪਾਉਣੀ ਪੈਂਦੀ ਸੀ ਕੱਖ ਵਾਸਤੇ, ਉਹਦੇ ਨਦੀਨਾਂ ਵਾਸਤੇ, ਉਹ ਸਾਡੀ ਘੱਟ ਹੋ ਗਈ ਕਿਉਂਕਿ ਜਦੋਂ ਪਰਾਲੀ ਦੀ ਤਹਿ ਜਿਹੜੀ ਆ ਉੱਪਰ ਰਹਿੰਦੀ ਆ, ਉਹਨੂੰ ਡਾਇਰੈਕਟ ਸਨਲਾਈਟ ਨਹੀਂ ਮਿਲਦੀ ਹੈਗੀ। ਅਤੇ ਜਿਹੜੇ ਸਾਡੇ ਇੱਦਾਂ ਦੇ ਨਦੀਨ ਉੱਗਣ ਵਾਲੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਘੱਟ ਪੈਦਾਵਾਰ ਹੁੰਦੀ ਹੈ। ਖਰਚਾ ਵੱਧਦਾ ਨਹੀਂ ਆ। ਮੈਂ ਇੰਸਟੈਡ ਇਹ ਕਹਿਣਾ ਕਿ ਉਹ ਖਰਚਾ ਕਾਫੀ ਘੱਟ ਜਾਂਦਾ ਜੀ ਉਹਦੇ ਨਾਲ। ਕਹਿੰਦਾ ਮਤਲਬ ਜਿੱਦਾਂ ਜ਼ੋਰ ਪਾਉਂਦੇ ਆ ਕਿ ਕੁਦਰਤੀ ਖੇਤੀ ਵਾਲੇ ਕਿਸਾਨ ਮੁੜਨ ਅਤੇ ਜਿਹੜੇ ਸਾਡੇ ਮਿੱਤਰ ਕੀੜੇ ਆ ਉਹ ਮਰ ਜਾਂਦੇ ਆ ਅੱਗ ਲਾਉਣ ਨਾਲ।
ਇਹ ਕੁਦਰਤੀ ਖੇਤੀ ਨੂੰ ਇੱਕ ਜਿਹੜਾ ਰਸਤਾ ਵਾ ਉਹ ਵੀ ਇਹ ਸਾਬਤ ਹੋਵੇਗਾ। ਇਹ ਕੁਦਰਤੀ ਖੇਤੀ ਦੇ ਲਈ ਇੱਕ ਸਾਰਥਕ ਸਾਧਨ ਬਣ ਕੇ ਜਿਹੜਾ ਆ ਉਹ ਵਿਗਿਆਨ ਦੇ ਯੁੱਗ ਨੇ ਸਾਨੂੰ ਦਿੱਤਾ ਆ। ਕੁਦਰਤੀ ਖੇਤੀ ਵੱਲ ਸਾਨੂੰ ਇਹ ਲੈ ਕੇ ਜਾ ਰਿਹਾ ਆ। ਪਰ ਜਿੱਥੇ ਪੰਜਾਬ ਦਾ ਕਿਸਾਨ, ਮੈਂ ਇਹ ਕਹਿ ਦੇਣਾ ਚਾਹੁੰਦਾ ਆਪ ਜੀ ਦੇ ਮਾਧਿਅਮ ਰਾਹੀਂ ਕਿ ਪੰਜਾਬ ਦਾ ਸਾਰਾ ਹੀ ਕਿਸਾਨ ਜਿਹੜਾ ਉਹ ਕੁਦਰਤ ਨੂੰ ਪਿਆਰ ਕਰਨ ਵਾਲਾ ਕਿਸਾਨ ਹੈ। ਕਿਸਾਨ ਨੇ ਕੁਦਰਤ ਨੂੰ ਬਹੁਤ ਜ਼ਿਆਦਾ ਆਪਣੀ ਦੇਣ ਦੇ ਕੇ ਉਹਨੂੰ ਹੋਰ ਸੁਹਿਰਦ ਤੇ ਸੋਹਣਾ ਬਣਾਇਆ। ਵੱਡੀ ਮਜਬੂਰੀ ਜਿਹੜੀਆਂ ਨੇ ਉਹ ਸਮੇਂ ਦੀਆਂ ਸਰਕਾਰਾਂ ਵੀ ਬਣ ਚੁੱਕੀਆਂ ਨੇ, ਕਿਉਂਕਿ ਕੁਦਰਤੀ ਖੇਤੀ ਵਾਸਤੇ ਜਿਹੜੇ ਸਾਧਨ ਨੇ ਉਹ ਸਰਕਾਰ ਨੇ ਮੁਹੱਈਆ ਕਰਵਾਉਣੇ ਨੇ, ਜਿਨ੍ਹਾਂ ਨੂੰ ਮੁਹੱਈਆ ਹੋਣ ਦੇ ਵਿੱਚ ਵੀ ਹੁਣ ਜਿਹੜੀਆਂ ਵੱਡੀਆਂ ਪ੍ਰੋਬਲਮ ਜਿਹੜੀਆਂ ਕਿਸਾਨਾਂ ਨੂੰ ਆ ਰਹੀਆਂ। ਪਰ ਇਹ ਜਿਹੜਾ ਸਾਧਨ ਅੱਜ ਸਾਡੇ ਖੇਤਾਂ ਦੇ ਵਿੱਚ ਚੱਲਦਾ ਪਿਆ ਜਾਂ ਪਿਛਲੇ 4 ਸਾਲ ਤੋਂ ਅਸੀਂ ਜੋ ਅਪਲਾਈ ਕੀਤਾ ਹੈ, ਕੁਦਰਤੀ ਖੇਤੀ ਦੇ ਵਾਸਤੇ ਚੰਗਾ ਤੇ ਸਾਰਥਕ। ਤੁਸੀਂ ਦੱਸਿਆ ਕਿ ਪਹਿਲਾਂ ਹੈਪੀ ਸੀਡਰ ਦੇ ਨਾਲ ਹੀ ਬਿਜਾਈ ਕਰਦੇ ਸੀ, ਹੁਣ ਸਮੇਂ ਦੇ ਨਾਲ ਨਾਲ ਸਾਧਨ ਵੀ ਵਧੀ ਜਾ ਰਹੇ ਆ। ਪਰ ਜਿਹੜਾ ਇੱਕ ਆਮ ਕਿਸਾਨ ਆ ਜਿਹਦੇ ਕੋਲ 1.5-2 ਏਕੜ ਜ਼ਮੀਨ ਆ, ਉਹ ਆਪਣੀ ਬਿਜਾਈ ਕਿੱਦਾਂ ਕਰ ਸਕਦਾ ਇਸ ਤਰੀਕੇ ਨਾਲ? ਉਹਦੇ ਵਾਸਤੇ ਸਰਕਾਰ ਦਾ ਇੱਕ ਉਦਮ ਸੀਗਾ ਜੀ, ਉਹ ਸਾਨੂੰ ਸੰਦ ਬੈਂਕ ਜਿਹੜੇ ਸੀ ਉਹਨਾਂ ਨੇ ਅਲਾਉਟ ਕੀਤੇ ਸੀਗੇ। ਤਕਰੀਬਨ ਹਰ ਪਿੰਡ ਦੇ ਵਿੱਚ ਸੰਦ ਬੈਂਕ ਬਣੇ ਹੋਏ ਹਨ। ਇਸ ਵਾਰੀ ਇੱਕ ਵੱਡੀ ਮੀਟਿੰਗ ਜਿਹੜੀ ਸੀ ਉਹ ਪੰਜਾਬ ਸਰਕਾਰ ਦੇ ਮਾਧਿਅਮ ਰਾਹੀਂ ਹੋਈ। ਹੁਣ ਉਹਨਾਂ ਨੇ ਇੱਕ ਆਪਣੇ ਰੇਟ ਜਿਹੜੇ ਹਨ ਉਹ ਫਿਕਸ ਕਰਕੇ ਜਿਹੜੇ ਹਨ ਉਹ ਸੰਦ ਬੈਂਕ ਨੂੰ ਦਿੱਤੇ ਹਨ। ਜਿਹੜਾ ਕੋਈ ਮਾਰਜਨਲ ਕਿਸਾਨ ਹੈ, ਛੋਟਾ ਕਿਸਾਨ ਹੈ ਪਿੰਡ ਦੇ ਵਿੱਚ, ਉਹ ਉਹਨਾਂ ਸੰਦਾਂ ਦੀ ਵਰਤੋਂ ਜਿਹੜੀ ਹੈ ਉਹ ਉਹਨਾਂ ਤੋਂ ਆਪਣੇ ਤਰੀਕੇ ਦੇ ਨਾਲ ਕਿਰਾਏ ਦੇ ਉੱਤੇ ਜਿਹੜਾ ਆ ਕਰਵਾ ਸਕਦਾ ਆ। ਉਹਦੀ ਫਿਰ ਵੀ ਉਹਦਾ ਖਰਚਾ ਜਿਹੜਾ ਆ, ਜੇਕਰ ਉਹ ਆਮ ਖੇਤ ਨੂੰ ਵਾਹ ਕੇ ਬੀਜਦਾ ਤੇ ਉਹਦੇ ਨਾਲੋਂ ਕਾਫੀ ਜ਼ਿਆਦਾ ਘੱਟ ਆ। ਸੰਦ ਬੈਂਕ ਜਿਹੜੇ ਹਨ ਉਹ ਤਕਰੀਬਨ ਕੋਈ 40% ਜਿਹੜੇ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਹੁਣ ਅਵੇਲੇਬਲ ਹਨ ਜੀ। ਮੈਂ ਲਾਸਟ ਵਿੱਚ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਇੱਕ ਸਿੱਧ ਕਰ ਦਿੱਤਾ ਕਿ ਕਣਕ ਦੇ ਵਿੱਚ ਜਦੋਂ ਬਿਜਾਈ ਕਰਨੀ ਆ, ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਗੀ, ਉਹਨੂੰ ਵਿੱਚੇ ਮਿਲਾਇਆ ਜਾਵੇ ਤਾਂ ਸਹੀ ਰਹਿੰਦਾ ਵਾ। ਤੁਸੀਂ ਆਪਣੇ ਕਿਸਾਨ ਭਰਾਵਾਂ ਨੂੰ ਇਸ ਸੰਬੰਧੀ ਕੀ ਕਹਿਣਾ ਚਾਹੋਗੇ? ਮੇਰੀ ਸਾਰੇ ਹੀ ਪੂਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਅਸੀਂ ਸਿਰਫ ਇਹ ਸਰਕਾਰ ਦੇ ਨਾਲ ਆਪਣੀ ਜਿੱਦ ਦੇ ਵਿੱਚ ਆ ਕੇ ਅਸੀਂ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਉਹਨੂੰ ਖਤਮ ਨਹੀਂ ਕਰ ਦੇਣਾ। ਪਹਿਲਾਂ ਹੀ ਪੰਜਾਬ ਦੀ ਕਿਸਾਨੀ ਜਿਹੜੀ ਹੈ ਉਹ ਖਤਮ ਹੋਣ ਦੇ ਕੰਢੇ 'ਤੇ ਹੈ। ਕੁਝ ਪੰਜਾਬ ਨੂੰ ਨਸ਼ਿਆਂ ਦੀ ਮਾਰ ਹੈ, ਕੁਝ ਕਰਜ਼ੇ ਦੀ ਮਾਰ ਹੈ। ਹੁਣ ਇਸ ਮਾਰ ਦੇ ਥੱਲੇ ਅਸੀਂ ਆ ਕੇ ਆਪਣੇ ਆਉਣ ਵਾਲੀ ਪੀੜ੍ਹੀ ਨਾ ਗਵਾ ਲਈਏ। ਅਸੀਂ ਇੱਕ ਤਗੜਾ ਹੰਭਲਾ ਮਾਰ ਕੇ ਆਪਣੀ ਸੋਚ ਨੂੰ ਬਦਲ ਕੇ ਅਜੋਕੇ ਯੁੱਗ ਦੀ ਸੋਚ ਦੇ ਨਾਲ ਮਿਲਾ ਕੇ ਅਸੀਂ ਇਹ ਪਰਾਲੀ ਦਾ ਸਾੜਨ ਦਾ ਰੁਝਾਨ ਜਿਹੜਾ ਘੱਟ ਕਰੀਏ ਅਤੇ ਆਪਣੇ ਹੱਕ ਲੈਣ ਲਈ ਸਰਕਾਰਾਂ ਦੇ ਵੱਲ ਸਿੱਧੇ ਹੋਈਏ, ਨਾ ਕਿ ਬਜਾਏ ਆਪਣੇ ਖੇਤਾਂ ਦੇ ਵਿੱਚ ਧੂਆਂ ਚਾੜ ਕੇ ਹੀ ਆਪਣੇ ਹੱਕ ਮੰਗਣ ਦੀ ਕੋਸ਼ਿਸ਼ ਕਰੀਏ। ਉਹਦੇ ਨਾਲ ਸਾਨੂੰ ਨਹੀਂ ਮਿਲ ਸਕਦੇ। ਅਸੀਂ ਇਹ ਪਰਾਲੀ ਦੇ ਸਾੜਨ ਦੇ ਰੁਝਾਨ ਨੂੰ ਘੱਟ ਕਰੀਏ ਤੇ ਨਵੀਆਂ ਤਕਨੀਕਾਂ ਦੇ ਨਾਲ ਕਣਕ ਦੀ ਬਿਜਾਈ ਸੌਖੀ, ਸੁਹੇਲੀ ਤੇ ਸਸਤੀ ਹੈ ਉਹ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੇਰੇ ਇਹੀ ਸੱਦਾ ਸਾਰੇ ਕਿਸਾਨ ਵੀਰਾਂ ਨੂੰ ਹੈ ਜੀ। ਸੋ ਜਿਸ ਤਰ੍ਹਾਂ ਇਹਨਾਂ ਕਿਸਾਨ ਵੀਰਾਂ ਨੇ ਸਾਨੂੰ ਦੱਸਿਆ ਕਿ ਅਸੀਂ ਇੱਕ ਵਧੀਆ ਉਪਰਾਲਾ ਕਰਕੇ ਚੰਗੀ ਵਿਧੀ ਦੇ ਨਾਲ ਜਿਹੜੀ ਪਰਾਲੀ ਆ ਉਹਨੂੰ ਅੱਗ ਲਾਇਆ ਬਿਨਾਂ ਖੇਤਾਂ ਵਿੱਚ ਮਿਲਾ ਕੇ ਚੰਗਾ ਝਾੜ ਲੈ ਸਕਦੇ ਹਾਂ, ਔਰ ਉਹਨਾਂ ਲਿਆ ਵੀ ਆ, ਔਰ ਕੁਦਰਤੀ ਖੇਤੀ ਨੂੰ ਜਿਹੜਾ ਰਸਤਾ ਜਾਂਦਾ ਉਹ 'ਤੇ ਚੱਲ ਸਕਦੇ ਹਾਂ। ਸੋ ਮੈਂ ਇਹ ਉਮੀਦ ਕਰਾਂਗਾ ਕਿ ਕਿਸਾਨ ਵੀਰ ਇਹਨਾਂ ਕਿਸਾਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਜਿਹੜੀ ਆ ਫਸਲ ਆ ਉਹਨੂੰ ਇਸੇ ਤਰੀਕੇ ਦੇ ਨਾਲ ਹੀ ਬਿਜਾਈ ਕਰਨਗੇ। ਮੈਂ ਕੈਮਰਾਮੈਨ ਹਰਦੀਪ ਸਿੰਘ ਸੰਧੂ ਤੇ ਬਲਵਿੰਦਰ ਸਿੰਘ ਪੰਜਗਰਾਈਆਂ ਦੇ ਨਾਲ ਤੇਜ ਪ੍ਰਤਾਪ ਸਿੰਘ ਕਾਲੋ। ਕੋਰੋਨਾ ਮਹਾਮਾਰੀ ਦਾ ਅਸਰ ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਅਜੀਤ ਵੈਬ ਟੀਵੀ